सतनाम श्री वाहेगुरु साहिब जी। मैं तान दीवान तू है मेरे स्वामी, मैं तुझे आगे अरदास। मैं होर थाओ नहीं जिस पे करूं बेनंती, मेरा दुख सुख तुझ ही पास। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गर्भास ना परियारे। गुरु नानक जिन सुनिया पेखिया, से फिर गर्भास ना परियारे। परम सत्कारयोग गुरु रूप गुरु प्यारी साध संगत जीओ, बड़े ही वडभागी हाँ। चवर छतर तख्त दे मालिक, हाजरा हजूर जहरा जहूर सरब कला भरपूर। लोक प्रलोक दे राखे हालत पलत दे सहाई। जुग हो जुग अटल, धन धन श्री गुरु ग्रंथ साहिब जी दी पावन पवित्र गोद अंदर बैठन दा सुभाग समा प्राप्त होया है। धन धन साहब श्री गुरु गोबिंद सिंह जी द्वारा उच्चारण की हुई वार श्री भगवती जी की, जिस दी लड़ीवार गुरमत विचार चल रही है। हुण तक आपां 47 पौड़ियां दी विचार सांझी कीती है। आओ कुछ समा मिल के गुरमत विचारां दी सांझ पाईए। जितने भी सतसंगी जन नाम जपण वालियां रूहां, नाम अभ्यासी रूहां, शरदा और भावना धारण करके साहिब जी दे दर ते नतमस्तक होए हाँ। प्यार सहित करो जी रसना पवित्र, सारे आखो जी वाहिगुरु जी का खालसा वाहिगुरु जी की फतेह। पिछले दीवाना अंदर सरवण किया सी। हुण जदों चंड ते मुंड दो वड्डे जरनैल दुर्गा दे हत्थों मारे गए, तो जदों राक्षसां ने राजे सुंभ ते नसुंभ नूं जाके सारा हाल दसिया, तो सुंभ ते नसुंभ बड़े गुस्से दे नाल भर गए ने, ते मता पकाया कि हुण जो मर्जी हो जाए, हुण ते दुर्गा नूं लियाउणा ही लियाउणा है। सुंभ ते नसुंभ ने मता पकाया ते सरनवत बीज भाव रकत बीज नूं बुलाया, ते उहनूं पानां दे बीड़े दे के ते जंग दे वल्ले तोड़ दिता। हुण सरनवत बीज जदों जंग दे मैदान च गया, इसने अपने शरीर के उपर लोहे की संजोह पाई हुई है, आपदे आप नूं चंगी तरह लोहे दे नाल ढकिया होया। जदों ये दुर्गा दे सामने गया तो दुर्गा शेर की सवारी करती हुई हाथ विच गधा फड़ के ते घुमा रही है। गधा घूम रहा है
ਕਈ ਰਾਖਸ਼ਾਂ ਨੂੰ ਦੁਰਗਾ ਮਾਰਦੀ ਹੋਈ ਅੱਗੇ ਵੱਧਦੀ ਜਾ ਰਹੀ ਹੈ। ਜਦੋਂ ਹੁਣ ਦੁਰਗਾ ਦੇਵੀ ਅੱਗੇ ਵੱਧਦੀ ਗਈ, ਕਈ ਰਾਖਸ਼ਾਂ ਦਾ ਪਾਰ ਉਤਾਰਾ ਕਰ ਦਿੱਤਾ ਗਿਆ, ਭਾਵ ਕਈ ਰਾਖਸ਼ ਮਰ ਗਏ। ਆਖਿਰਕਾਰ ਬੜੀ ਫੁਰਤੀ ਔਰ ਬੜੀ ਰਫਤਾਰ ਦੇ ਨਾਲ, ਤੇਜ਼ੀ ਦੇ ਨਾਲ ਦੁਰਗਾ ਦੇਵੀ ਨੇ ਸਰਨਵਤ ਬੀਜ ਦੇ ਸਿਰ ਦੇ ਉੱਪਰ ਦੀ ਤਲਵਾਰ ਮਾਰੀ। ਜਿਵੇਂ ਤਲਵਾਰ ਵੱਜੀ, ਸਰਨਵਤ ਬੀਜ ਦੇ ਸਰੀਰ ਦੇ ਵਿੱਚੋਂ ਖੂਨ ਚੱਲਣਾ ਆਰੰਭ ਹੋ ਗਿਆ। ਹੁਣ ਖੂਨ ਤੇ ਚੱਲਦਾ, ਪਰ ਜਿੰਨੇ ਖੂਨ ਦੇ ਤੁਪਕੇ ਧਰਤੀ ਦੇ ਉੱਪਰ ਡਿੱਗੇ, ਓਨੇ ਰਾਖਸ਼ ਹੋਰ ਪੈਦਾ ਹੋ ਗਏ। ਆਖਰਕਾਰ ਗਿਣਤੀ ਘਟਦੀ ਨਹੀਂ, ਗਿਣਤੀ ਵਧੀ ਜਾਂਦੀ ਹੈ। ਦੁਰਗਾ ਦੇਵੀ ਮਾਰੀ ਜਾ ਰਹੀ ਹੈ, ਰਾਖਸ਼ ਵਧੀ ਜਾਂਦੇ ਨੇ। ਭਾਵ ਕਰਦਿਆਂ ਕਰਦਿਆਂ ਬੜੇ ਰਾਖਸ਼ਾਂ ਦੀ ਗਿਣਤੀ ਹੋ ਗਈ ਹੈ। ਆਖਰਕਾਰ ਦੁਰਗਾ ਦੇਵੀ ਆਪਣੇ ਮਸਤਕ ਦੇ ਵਿੱਚੋਂ, ਭਾਵ ਕਾਲਕਾ ਦੇਵੀ ਨੂੰ ਧਿਆਉਣਾ ਕਰਦੀ ਹੈ, ਤੇ ਮਸਤਕ ਦੇ ਵਿੱਚੋਂ ਕਾਲਕਾ ਦੇਵੀ ਪ੍ਰਗਟ ਹੋ ਕੇ ਆਉਂਦੀ ਹੈ। ਹੁਣ ਕਾਲਕਾ ਦੇਵੀ ਆਈ, ਹੱਥ ਦੇ ਵਿੱਚ ਤਲਵਾਰ ਫੜ ਲਈ ਤੇ ਤਲਵਾਰ ਫੜ ਕੇ ਘਮਾਉਣੀ ਆਰੰਭ ਕਰ ਦਿੱਤੀ। ਹੁਣ ਜਿਵੇਂ ਜਿਵੇਂ ਤਲਵਾਰ ਘਮਾਈ ਜਾ ਰਹੀ ਹੈ, ਜਿਵੇਂ ਜਿਵੇਂ ਰਾਖਸ਼ਾਂ ਦਾ ਖੂਨ ਡੁੱਲਦਾ ਹੈ, ਉਵੇਂ ਉਵੇਂ ਕਾਲਕਾ ਦੇਵੀ ਆਪ ਮੂਹਰੇ ਹੋ ਕੇ ਤੇ ਉਹਨਾਂ ਦੇ ਖੂਨ ਨੂੰ ਪੀਣ ਲੱਗੀ, ਤਾਂ ਜੋ ਹੋਰ ਰਾਖਸ਼ ਨਾ ਪੈਦਾ ਹੋ ਸਕਣ। ਇੱਥੇ ਤੱਕ ਆਪਾਂ ਵਿਚਾਰਾਂ ਸਰਵਣ ਕੀਤੀਆਂ ਸੀ। ਅੱਗੇ ਸਾਹਿਬ ਜੀ ਨੇ 48ਵੀਂ ਪੌੜੀ ਦੇ ਅੰਦਰ ਉਚਾਰਨ ਕੀਤਾ। ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਸਮਝਾਇਆ। ਅੱਗੇ ਸਤਿਗੁਰ ਜੀ ਮਹਾਰਾਜ ਜੀ ਆਖਣ ਲੱਗੇ ਨੇ, ਜਿਵੇਂ ਕਹਿੰਦੇ ਜੰਗ ਦੇ ਮੈਦਾਨ ਦੇ ਅੰਦਰ ਕਹਿੰਦੇ ਯੁੱਧ ਹੋਇਆ ਨਾ, ਤੇ ਫਿਰ ਯੁੱਧ ਹੋਣ ਦੇ ਨਾਲ ਪੌੜੀ ਔਰੜ ਫੌਜਾਂ ਆਈਆਂ, ਵੀਰ ਚੜ੍ਹੇ ਕੰਧਾਰੀ, ਬੜੇ ਉਤਸ਼ਾਹ ਨਾਲ ਫੌਜਾਂ ਕਹਿੰਦੇ ਰਣ ਭੂਮੀ ਤੇ ਆਈਆਂ ਨੇ, ਤੇ ਸੂਰਮੇ ਕਹਿੰਦੇ ਕਤਾਰਾਂ ਦੀਆਂ ਕਤਾਰਾਂ ਬਣਾ ਕੇ ਕਹਿੰਦੇ ਜੰਗ ਕਰਨ ਲਈ ਤਿਆਰ ਹੋਏ ਹੋਏ ਨੇ। ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਤੇ ਸਾਰਿਆਂ ਨੇ ਬੜੀ ਫੁਰਤੀਲੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਆਪਣੀ ਮਿਆਨ ਦੇ ਵਿੱਚੋਂ ਕਿਰਪਾਨਾਂ ਕੱਢ ਲਈਆਂ ਨੇ, ਤੇ ਕੱਢ ਕੇ ਤੇ ਕਿਰਪਾਨਾਂ ਹੁਣ ਘਮਾਉਣੀਆਂ ਆਰੰਭ ਕਰ ਦਿੱਤੀਆਂ। ਕੜਕ ਉੱਠੇ ਰਨ ਮੱਚਿਆ ਵੱਡੇ ਹੰਕਾਰੀ। ਇਹ ਰਾਖਸ਼ ਬੜੇ ਵੱਡੇ, ਬੜੇ ਹੰਕਾਰ ਦੇ ਭਰੇ ਹੋਏ ਨੇ। ਇਹਨਾਂ ਨੂੰ ਇਹ ਲੱਗਦਾ ਹੈ ਕਿ ਦੁਰਗਾ ਸਾਡਾ ਕੀ ਕਰ ਲਏਗੀ। ਵੱਡੇ ਵੱਡੇ ਅਭਿਮਾਨੀ, ਇਹ ਕਹਿੰਦੇ ਜੰਗ ਕਰਨ ਵਾਸਤੇ ਕਹਿੰਦੇ ਬੜੇ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਸਿਰ ਤੜ ਬਾਹਾਂ ਗੱਠਲੇ ਫੁੱਲ ਜਿਵੇਂ ਹੈ ਬਾੜੀ। ਕਹਿੰਦੇ ਹੁਣ ਕੀ ਹੋਇਆ, ਦੁਰਗਾ ਦੇਵੀ ਕਹਿੰਦੀ ਐਦਾਂ ਇਹਨਾਂ ਨੂੰ ਰਣ ਭੂਮੀ ਦੇ ਅੰਦਰ ਕੱਟਦੀ ਪਈ ਸੀ, ਐਵੇਂ ਕਹਿੰਦੇ ਇਹਨਾਂ ਦੇ ਟੋਟੇ ਟੋਟੇ ਕੀਤੇ ਜਾ ਰਹੇ ਸਨ। ਜਿਵੇਂ ਕਿਸੇ ਬਾਗ ਦੇ ਅੰਦਰ ਮਾਲੀ ਨੇ ਬੜੇ ਸੋਹਣੇ ਫੁੱਲ ਲਾਏ ਹੋਣ, ਤੇ ਉਹ ਫੁੱਲਾਂ ਨੂੰ ਫਿਰ ਮਾਲੀ ਜਿਵੇਂ ਤੋੜ ਤੋੜ ਕੇ ਤੇ ਬਾਗ ਦੇ ਅੰਦਰ ਖਿਲਾਰਦਾ ਹੈ। ਕਹਿੰਦੇ ਐਦਾਂ ਕਹਿੰਦੇ ਵੱਡੇ ਯੋਧਿਆਂ ਦੇ ਕਹਿੰਦੇ ਸਰੀਰ ਦੇ ਟੁਕੜੇ ਪਏ ਹੋਏ ਨੇ। ਜਾਪੇ ਕੱਟੇ ਵੱਡੀਆਂ ਰੁੱਖ ਚੰਦਨ ਆਰੀ। ਕਹਿੰਦੇ ਐਦਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੋਈ ਆਰੀ ਦੇ ਨਾਲ ਚੰਦਨ ਦੀਆਂ ਛੋਟੀਆਂ ਛੋਟੀਆਂ ਲੱਕੜਾਂ ਵੱਢਦਾ। ਭਾਵ ਦੁਰਗਾ ਦੇਵੀ ਨੇ ਇਸੇ ਤਰ੍ਹਾਂ ਰਾਖਸ਼ਾਂ ਨੂੰ ਭਾਵ ਚੰਗੀ ਤਰ੍ਹਾਂ ਵੱਢ ਦਿੱਤਾ। ਦੂਹਾਂ ਕੰਧਾਰਾਂ ਮੂੰਹ ਜੁੜੇ ਜਾਂ ਸੱਟ ਪਈ ਖਰਵਾਰ ਕੋ। ਕਹਿੰਦੇ ਹੁਣ ਜਦੋਂ ਖੋਤੇ ਦੇ ਬਣੇ ਹੋਏ ਨਗਾਰੇ ਨੇ, ਜਦੋਂ ਉਹਨਾਂ ਦੇ ਉੱਪਰ ਕਹਿੰਦੇ ਚੋਟਾਂ ਵੱਜਣੀਆਂ ਆਰੰਭ ਹੋ ਗਈਆਂ, ਤੇ ਦੋਨਾਂ ਪਾਸਿਆਂ ਤੋਂ ਮਾਨੋ ਜੰਗ ਆਮਨੇ ਸਾਹਮਣੇ ਤੋਂ ਸ਼ੁਰੂ ਹੋ ਗਈ ਹੋਵੇ। ਹੁਣ ਦੋਨਾਂ ਪਾਸਿਆਂ ਤੋਂ ਜੰਗ ਹੋਣੀ ਸ਼ੁਰੂ ਹੋ ਗਈ। ਤੱਕ ਤੱਕ ਕੈਬਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੁਝਾਰ ਕੋ। ਕਹਿੰਦੇ ਰਾਖਸ਼ਾਂ ਦੇ ਵੱਡੇ ਵੱਡੇ ਜਿਹੜੇ ਜਰਨੈਲ ਸੀ, ਦੁਰਗਾ ਦੇਵੀ ਨੇ ਕੱਲੇ ਕੱਲੇ ਜਰਨੈਲ ਨੂੰ ਚੁਣ ਚੁਣ ਕੇ ਤੇ ਕਹਿੰਦੇ ਤੀਰਾਂ ਦੇ ਨਾਲ ਉਹਨਾਂ ਦੇ ਉੱਪਰ ਵਾਰ ਕੀਤਾ। ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕੋ। ਦੁਰਗਾ ਨੇ ਫਿਰ ਕਹਿੰਦੇ ਰਾਖਸ਼ ਦੇ ਪੈਦਲ ਫੌਜਾਂ ਸਨ ਜਿਹੜੀਆਂ, ਹਾਥੀਆਂ ਤੇ ਰੱਥਾਂ ਤੇ ਸਵਾਰ ਸੂਰਮੇ ਸਨ, ਕਹਿੰਦੇ ਉਹਨਾਂ ਸਾਰਿਆਂ ਨੇ ਫਿਰ ਦੁਰਗਾ ਦੇਵੀ ਨੇ ਤੀਰਾਂ ਦੇ ਨਾਲ ਉਹਨਾਂ ਦਾ ਵੱਧ ਕਰ ਦਿੱਤਾ। ਸੋਹਣ ਸੰਜਾ ਬਾਗੜਾਂ ਜਣ ਲੱਗੇ ਫੁੱਲ ਅਨਾਰ ਕੋ। ਕਹਿੰਦੇ ਸੂਰਮਿਆਂ ਦੀਆਂ ਸੰਜੋਆਂ ਦੇ ਪਿੱਛੇ ਲੱਗੇ ਹੋਏ ਬੜੇ ਸੋਹਣੇ ਫੁੱਲ ਨੇ। ਕਹਿੰਦੇ ਉਹ ਫੁੱਲ ਐਨਾ ਲੱਗਦੇ ਨੇ ਜਿਵੇਂ ਟਾਹਣੀਆਂ ਦੇ ਉੱਪਰ ਲੱਗੇ ਹੋਏ ਅਨਾਰ ਦੇ ਫਲ ਹੋਣ। ਭਾਵ ਅਨਾਰ ਦੇ ਫੁੱਲਾਂ ਵਾਂਗੂ ਉਹਨਾਂ ਦੇ ਉਹ ਫੁੱਲ ਜਿਹੜੇ ਚਮਕਦੇ ਪਏ ਨੇ। ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕੋ।
ਤੇ ਕਾਲਕਾ ਦੇਵੀ ਕਹਿੰਦੇ ਗੁੱਸੇ ਦੇ ਵਿੱਚ ਭਰ ਗਈ। ਕਾਲਕਾ ਦੇਵੀ ਕਹਿੰਦੇ ਗੁੱਸੇ ਦੇ ਵਿੱਚ ਆਈ। ਆਪਣੇ ਸੱਜੇ ਹੱਥ ਦੇ ਵਿੱਚ ਕਾਲਕਾ ਦੇਵੀ ਨੇ ਕਹਿੰਦੇ ਕਿਰਪਾਨ ਫੜ ਲਈ। ਇੰਦੂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕੋ। ਜਿਵੇਂ ਦਾ ਹਰਨਾਕਸ਼ ਬੜਾ ਵੱਡਾ ਦੈਂਤ ਸੀ, ਬੜਾ ਵੱਡਾ ਦੂਤ ਸੀ, ਠੀਕ ਉਸੇ ਤਰ੍ਹਾਂ ਹੀ ਕਹਿੰਦੇ ਹਰਨਾਕਸ਼ ਵਰਗੇ ਕਈ ਆਪਦੇ ਆਪ ਨੂੰ ਕਹਾਉਣ ਵਾਲੇ ਯੋਧੇ ਸਨ, ਜਿਹੜੇ ਕਹਿੰਦੇ ਸੀ ਨਾ ਅਸੀਂ ਦਿਨੇ ਮਰੀਏ, ਨਾ ਅਸੀਂ ਰਾਤ ਨੂੰ ਮਰੀਏ, ਨਾ ਅਸੀਂ ਧਰਤੀ 'ਤੇ ਮਰੀਏ, ਨਾ ਅਸੀਂ ਅਸਮਾਨ 'ਤੇ ਮਰੀਏ, ਕਿਉਂਕਿ ਉਹਨਾਂ ਨੂੰ ਇਹ ਫਕਰ ਸੀ ਕਿ ਸਾਡੇ ਸਰੀਰ 'ਚੋਂ ਨਿਕਲਣ ਵਾਲੇ ਲਹੂ ਨਾਲ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ ਨੇ, ਕਿ ਸਾਡਾ ਕੌਣ ਕੀ ਵਿਗਾੜ ਲਏਗਾ। ਪਰ ਕਹਿੰਦੇ ਕਾਲਕਾ ਦੇਵੀ ਨੇ ਆਪਣੇ ਸੱਜੇ ਹੱਥ ਦੇ ਵਿੱਚ ਕਿਰਪਾਨ ਫੜ ਲਈ। ਹੁਣ ਕਿਰਪਾਨ ਫੜ ਕੇ ਤੇ ਹਰਨਾਕਸ਼ ਵਰਗੇ ਕਈ ਵੱਡੇ ਵੱਡੇ ਦੈਤਾਂ ਦਾ ਕਹਿੰਦੇ ਪ੍ਰਹਾਰ ਕਰ ਦਿੱਤਾ। ਜਿਨੇ ਹਿੱਕਾ ਰਹੀ ਕੰਧਾਰ ਕੋ ਕਹਿੰਦੇ ਬੇਸ਼ੁਮਾਰ ਰਾਖਸ਼ਾਂ ਨੂੰ ਇੱਕ ਇਕੱਲੀ ਕਹਿੰਦੇ ਕਾਲਕਾ ਦੇਵੀ ਨੇ ਕਹਿੰਦੇ ਜਿੱਤ ਲਿਆ। ਭਾਵ ਉਹ ਰਾਖਸ਼ਾਂ ਨੇ ਬੜੇ ਯਤਨ ਕੀਤੇ ਕਾਲਕਾ ਦੇਵੀ ਨੂੰ ਜਿੱਤਣ ਦੇ, ਬੜੇ ਉਪਰਾਲੇ ਕੀਤੇ ਕਿ ਕਾਲਕਾ ਦੇਵੀ ਦਾ ਵੱਧ ਕਰ ਦਿੱਤਾ ਜਾਏ, ਪਰ ਕਹਿੰਦੇ ਇੱਕ ਇਕੱਲੀ ਕਾਲਕਾ ਨੇ ਸਾਰੇ ਰਾਖਸ਼ਾਂ ਨੂੰ ਜਿੱਤ ਲਿਆ। ਭਾਵ ਚਾਹ ਕੇ ਵੀ ਕੋਈ ਰਾਖਸ਼ ਕਾਲਕਾ ਦੇਵੀ ਦਾ ਕੁਝ ਵਿਗਾੜ ਨਾ ਸਕਿਆ। ਸਦ ਰਹਿਮਤ ਤੇਰੇ ਵਾਰ ਕੋ, ਹੇ ਦੁਰਗਾ ਤੇਰੇ ਇਸੇ ਤਰ੍ਹਾਂ ਦੇ ਵਾਰ ਦੇ ਕਹਿੰਦੇ ਸੈਂਕੜੇ ਵਾਰ ਸ਼ਾਬਾਸ਼ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਭਾਵ ਜੁਝਾਰੂ ਸਿੰਘਾਂ ਨੂੰ ਤਖੱਲਸ ਬਖਸ਼ਦੇ ਨੇ। ਦੇਖੋ ਵਡਿਆਈ ਕਿਸੇ ਵੀ ਧਰਮ ਦੀ ਹੋਵੇ ਤੇ ਵਡਿਆਈ ਕਰਨੀ ਬਣਦੀ ਹੈ, ਵਡਿਆਈ ਸੂਰਮਿਆਂ ਦੀ ਕੀਤੀ ਜਾਂਦੀ ਹੈ। ਇਸੇ ਕਰਕੇ ਇਹ ਸੂਰਮਿਆਂ ਦੀ ਵਡਿਆਈ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਣ ਲੱਗੇ, ਹੇ ਦੁਰਗਾ ਦੇਵੀ ਤੇਰੇ ਇਹੋ ਜਿਹੇ ਵਾਰ ਤੋਂ ਕੁਰਬਾਨ ਜਾਈਏ, ਸ਼ਾਬਾਸ਼ ਤੇਰੇ ਇਹੋ ਜਿਹੇ ਵਾਰ ਤੋਂ ਜਿਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਰਾਖਸ਼ ਕੱਲੀ ਨਹੀਂ ਮਾਰ ਮੁਕਾਏ ਨੇ। ਅੱਗੇ ਸਾਹਿਬ ਜੀ ਨੇ ਫਿਰ 50ਵੀਂ ਪੌੜੀ ਉਚਾਰਨ ਕੀਤੀ। ਸਾਹਿਬ ਜੀ ਅੱਗੇ ਆਖਣ ਲੱਗੇ ਪੌੜੀ, ਦੂਹਾਂ ਕੰਧਾਰਾਂ ਮੂੰਹ ਜੁੜੇ ਸੱਟ ਪਈ ਜਮਧਾਨ ਕੋ। ਕਹਿੰਦੇ ਜਮ ਰਾਜੇ ਦੇ ਵਾਹਨ ਝੋਟੇ ਦੇ ਚੰਮ ਵਰਗੇ ਕਹਿੰਦੇ ਮੋਟੇ ਮੋਟੇ ਨਗਾਰੇ ਵਜਾਏ ਹੋਏ ਨੇ। ਜਦੋਂ ਉਹ ਨਗਾਰਿਆਂ ਦੀ ਚੋਟ ਤੇ ਚੋਟ ਵੱਜਦੀ ਹੈ, ਇੰਨਾ ਉਹਨਾਂ ਦੇ ਵਿੱਚੋਂ ਸ਼ੋਰ ਪੈਦਾ ਹੁੰਦਾ, ਤੇ ਉਹ ਸ਼ੋਰ ਜਦੋਂ ਉਹ ਨਗਾਰਿਆਂ ਦੀ ਆਵਾਜ਼ ਨਿਕਲਦੀ ਹੈ, ਮਾਨੋ ਫੌਜਾਂ ਸਹਿਮ ਜਾਂਦੀਆਂ ਨੇ। ਅੰਦਰ ਇੰਨਾ ਡਰ ਪੈਦਾ ਹੋ ਜਾਂਦਾ, ਦੋਵੇਂ ਪਾਸੇ ਦੀਆਂ ਫੌਜਾਂ ਕਹਿੰਦੇ ਹੁਣ ਜੰਗ ਦੇ ਮੈਦਾਨ ਵਿੱਚ ਆ ਗਈਆਂ। ਤਦ ਖਿੰਗਨ ਸੁੰਬਨ ਚਾਇਆ ਡਾਲ ਉੱਪਰ ਬਰਗਸਤਾਨ ਕੋ। ਤਦ ਕਹਿੰਦੇ ਸੁੰਬ ਨੇ ਆਪਣੇ ਘੋੜੇ ਉੱਤੇ ਲੋਹੇ ਦਾ ਜਾਲੀਦਾਰ ਕਹਿੰਦੇ ਬਣਿਆ ਹੋਇਆ ਜਿਹੜਾ ਝੁੱਲ ਸੀ ਕਹਿੰਦੇ ਉਹ ਪਾਇਆ, ਤੇ ਉਹ ਆਪਣਾ ਘੋੜਾ ਲੈ ਕੇ ਸੁੰਬ ਕਹਿੰਦੇ ਜੰਗ ਦੇ ਮੈਦਾਨ ਦੇ ਅੰਦਰ ਆ ਗਿਆ। ਫੜੀ ਬਿਲੰਦ ਮੰਗਾਇਓਸ ਫਰਮਾਇਸ਼ ਕਰ ਮੁਲਤਾਨ ਕੋ। ਫਿਰ ਉਸਨੇ ਇੱਕ ਵੱਡਾ ਸਾਰਾ ਕਹਿੰਦੇ ਧਨੁੱਖ ਜਿਹੜਾ ਬੜਾ ਹੀ ਭਾਰਾ, ਜਿਹੜਾ ਆਮ ਯੋਧਿਆਂ ਵਾਸਤੇ ਫੜਨਾ ਹੀ ਬੜਾ ਕਹਿੰਦੇ ਮੁਸ਼ਕਿਲ ਸੀ, ਕਹਿੰਦੇ ਉਹ ਧਨੁੱਖ ਕਹਿੰਦੇ ਉਹਨੇ ਆਪਣੇ ਹੱਥ ਦੇ ਵਿੱਚ ਫੜਿਆ। ਭਾਵ ਇਹ ਧਨੁੱਖ ਕੋਈ ਆਮ ਧਨੁੱਖ ਨਹੀਂ, ਮਾਨੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਵੇਂ ਸਪੈਸ਼ਲ ਇਹ ਮੁਲਤਾਨ ਤੋਂ ਮੰਗਾਇਆ ਹੋਵੇ, ਕਿਉਂਕਿ ਜਿਹੜੇ ਧਨੁੱਖ ਨੇ ਉਹ ਸਭ ਤੋਂ ਕੀਮਤੀ ਧਨੁੱਖ ਬਣਦੇ ਸੀ ਮੁਲਤਾਨ ਦੇ ਵਿੱਚ। ਕਹਿੰਦੇ ਮਾਨੋ ਇਹ ਸੁੰਬ ਨੇ ਵੀ ਕਹਿੰਦੇ ਉਹ ਮੁਲਤਾਨ ਦੇ ਵਿੱਚੋਂ ਹੀ ਮੰਗਾਇਆ ਹੋਵੇ, ਇੰਨਾ ਕੀਮਤੀ ਤੇ ਇੰਨਾ ਭਾਰੀ ਇਹ ਧਨੁੱਖ ਸੀ। ਗੁੱਸੇ ਆਈ ਸਾਹਮਣੇ ਰਨ ਅੰਦਰ ਘੱਤਨ ਘਾਨ ਕੋ। ਦੁਰਗਾ ਨੇ ਜਦੋਂ ਕਹਿੰਦੇ ਸੁੰਬ ਨੂੰ ਇਸੇ ਤਰ੍ਹਾਂ ਤਿਆਰ ਹੋ ਕੇ ਆਂਦੇ ਵੇਖਿਆ ਨਾ, ਤਦ ਕਹਿੰਦੇ ਕਸਮਾਨ ਦਾ ਫਿਰ ਜੰਗ ਸ਼ੁਰੂ ਹੋ ਗਿਆ। ਤੇ ਰਣ ਭੂਮੀ ਦੇ ਵਿੱਚ ਕਹਿੰਦੇ ਗੁੱਸੇ ਦੇ ਨਾਲ ਭਰੀ ਹੋਈ, ਵੀਰ ਰਸ ਦੇ ਵਿੱਚ ਭਰੀ ਹੋਈ ਦੁਰਗਾ ਦੇਵੀ ਕਹਿੰਦੇ ਸਾਹਮਣੇ ਆ ਗਈ ਸੁੰਬ ਦੇ। ਅੱਗੇ ਤੇਗ ਵਗਾਈ ਦੁਰਗਸ਼ਾ ਬੜ ਸੁਬਣ ਬਹੀ ਪਲਾਨ ਕੋ। ਤੇ ਜਦੋਂ ਹੁਣ ਕਹਿੰਦੇ ਦੁਰਗਾ ਦੇਵੀ ਨੇ ਅੱਗੇ ਵੱਧ ਕੇ ਜਦੋਂ ਕਹਿੰਦੇ ਸੁੰਬ ਨੂੰ ਐਸੇ ਜ਼ੋਰਦਾਰ ਤਲਵਾਰ ਮਾਰੀ ਕਿ ਤਲਵਾਰ ਘੋੜੇ ਦੇ ਕਾਠੀ ਨੂੰ ਚੀਰ ਕੇ ਕਹਿੰਦੇ ਧਰਤੀ ਤੇ ਜਾ ਲੱਗੀ। ਭਾਵ ਉਹ ਸੁੰਬ ਜਿਹੜਾ ਆਪਦੇ ਆਪ ਨੂੰ ਮਹਾਨ ਯੋਧਾ ਕਹਾਉਂਦਾ ਸੀ, ਜਿਹੜਾ ਇਹ ਕਹਿੰਦਾ ਸੀ ਅਸੀਂ ਭਗਵਾਨ ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਹੋਇਆ, ਸਾਡਾ ਕੌਣ ਖਾਤਮਾ ਕਰ ਲਏਗਾ। ਪਰ ਕਹਿੰਦੇ ਵੀਰ ਰਸ ਦੇ ਅੰਦਰ ਜਦੋਂ ਚਲਾਈ ਨਾ ਕਹਿੰਦੇ ਜ਼ੋਰ ਦੀ ਦੁਰਗਾ ਦੇਵੀ ਨੇ ਤਲਵਾਰ, ਤੇ ਕਹਿੰਦੇ ਘੋੜੇ ਦੀ ਕਾਠੀ ਨੂੰ ਚੀਰਦਿਆਂ ਹੋਇਆਂ ਤੇ ਧਰਤੀ ਤੇ ਜਾ ਕੇ ਵੱਜੀ। ਰੜਕੀ ਜਾਏ ਕੈ ਧਰਤ ਕੋ ਵੱਡ ਪਾਖਰ ਵੱਢ ਕੇ ਕਾਨ ਕੋ। ਕਹਿੰਦੇ ਘੋੜੇ ਦੇ ਪਾਲਨ ਨੂੰ ਵੱਢ ਕੇ ਤਲਵਾਰ ਧਰਤੀ ਨਾਲ ਜਾ ਟਕਰਾਈ। ਭਾਵ ਇੰਨਾ ਜ਼ੋਰਦਾਰ ਉਹ ਹਮਲਾ ਕੀਤਾ ਗਿਆ ਸੀ। ਵੀਰ ਪਲਾਨੋ ਡਿੱਗਿਆ ਕਰ ਸਿਜਦਾ ਸੁਭ ਸੁਜਾਨ ਕੋ। ਬਹਾਦਰ ਨਸੁੰਭ ਕਹਿੰਦੇ ਘੋੜੇ ਦੇ ਉੱਤੋਂ ਡਿੱਗਿਆ ਤੇ ਕਹਿੰਦੇ ਇੰਜ ਪ੍ਰਤੀਤ ਹੋਵਿਆ ਜਿਵੇਂ ਮਾਨੋ ਸੁੰਭ ਨੂੰ ਨਮਸਕਾਰ ਕਰਦਾ ਹੋਵੇ, ਜਿਵੇਂ ਆਖਰੀ ਵਾਰੀ ਬਸ ਕਹਿ ਕੇ ਜਾਂਦਾ ਹੋਵੇ ਕਿ ਲੈ ਵੀਰਾ ਹੁਣ ਮੈਂ ਚੱਲਿਆ, ਮੇਰਾ ਅੰਤਿਮ ਸਮਾਂ ਆ ਗਿਆ।
ਕਹਿੰਦੇ ਐਦਾਂ ਘੋੜੇ ਦੇ ਉੱਤੋਂ ਡਿੱਗਿਆ, ਸ਼ਾਬਾਸ਼ ਸਲੋਨੇ ਖਾਨ ਕੋ। ਸਾਹਿਬ ਸ਼੍ਰੀ ਗੁਰੂ ਕਲਗੀਧਰ ਜੀ ਫਰਮਾਉਂਦੇ ਨੇ ਇਹੋ ਜਿਹੇ ਮਹਾਨ ਯੋਧੇ ਨੂੰ ਵੀ ਸ਼ਾਬਾਸ਼ ਹੈ। ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸੰਗਤਾਂ ਨੂੰ, ਹੇ ਸੰਗਤ ਜੀ ਅੱਜ ਬੜੇ ਵਿਦਵਾਨਾਂ ਵੱਲੋਂ ਇਹ ਗੱਲਾਂ ਪ੍ਰਚਾਰੀਆਂ ਜਾਂਦੀਆਂ ਨੇ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੇ ਅੰਦਰ ਦੁਰਗਾ ਦੀ ਉਸਤਤ ਕੀਤੀ ਹੈ। ਮੇਰਾ ਸੱਚ ਜਾਣਨਾ ਸੱਚ ਇਸੇ ਗੱਲ ਦੇ ਅੰਦਰ ਹੀ ਹੈ। ਇਹ ਲੋਕ ਰੋਲਾ ਪਾਉਣ ਜੋਗੇ ਨੇ, ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਪੜ੍ਹਿਆ ਹੀ ਨਹੀਂ, ਇਹਨਾਂ ਲੋਕਾਂ ਨੇ ਕਦੇ ਪੜ੍ਹਿਆ ਹੀ ਨਹੀਂ। ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਬੇਦ ਕਿਤੇਬ ਕੋਹ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਕਹਿੰਦੇ ਬੇਦਾਂ ਕਿਤਾਬਾਂ ਨੂੰ ਝੂਠੇ ਨਾ ਕਿਹਾ ਕਰੋ, ਧਾਰਮਿਕ ਗ੍ਰੰਥਾਂ ਨੂੰ ਅਸੀਂ ਝੂਠਾ ਕਹਿਣ ਤੇ ਲੱਗੇ ਹੋਏ ਹਾਂ। ਕਹਿੰਦੇ ਝੂਠਾ ਤੇ ਉਹ ਹੈ ਜਿਹੜਾ ਵਿਚਾਰ ਹੀ ਨਹੀਂ ਕਰਦਾ। ਕਹਿੰਦੇ ਝੂਠਾ ਤੇ ਉਹ ਹੈ। ਸੱਚੀ ਗੱਲ ਇਹ ਹੀ ਹੈ ਪਿਆਰ ਵਾਲੀ ਸੰਗਤੋ ਕਿ ਅਸਲ ਵਿੱਚ ਨਾ ਅਸੀਂ ਪੜ੍ਹਦੇ ਨਹੀਂ, ਅਸੀਂ ਪੜ੍ਹਦੇ ਨਹੀਂ। ਅੱਜ ਜਿੰਨੇ ਅੱਜ ਲੱਗੇ ਹੈ ਨਾ ਚੰਡੀ ਦੀ ਵਾਰ ਦੇ ਉੱਪਰ ਸ਼ੰਕਾ ਕਰਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਪਰ ਸ਼ੰਕਾ ਕਰਨ, ਸੱਚੀ ਗੱਲ ਤੇ ਇਹ ਹੈ ਇਹ ਰੋਲਾ ਪਾਉਣ ਜੋਗੇ ਨੇ, ਇਹਨਾਂ ਨੇ ਪੜ੍ਹਿਆ ਹੀ ਨਹੀਂ। ਜੇ ਪੜ੍ਹਿਆ ਹੁੰਦਾ ਤੇ ਚੰਗੀ ਤਰ੍ਹਾਂ ਵੇਖਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਰਗਾ ਦੇਵੀ ਹੀ ਨਹੀਂ ਬਲਕਿ ਉਹਨਾਂ ਬਹਾਦਰ ਸੂਰ ਵੀਰਾਂ ਨੂੰ ਵੀ ਸਜਦਾ ਕੀਤਾ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜੇ। ਭਾਵ ਸਤਿਗੁਰੂ ਜੀ ਨੇ ਸਭ ਨੂੰ ਸ਼ਾਬਾਸ਼ ਦਿੱਤੀ ਹੈ। ਸਦਾ ਸ਼ਾਬਾਸ਼ ਤੇਰੇ ਤਾਨ ਕੋ, ਹੇ ਸੂਰਬੀਰ ਯੋਧੇ ਤੇਰੇ ਬਲ ਨੂੰ ਸੈਂਕੜੇ ਵਾਰ ਸ਼ਾਬਾਸ਼ ਹੈ। ਭਾਵ ਤੇਰੇ ਵਰਗੇ ਯੋਧਿਆਂ ਨੂੰ ਮੈਂ ਸੈਂਕੜੇ ਵਾਰ ਸ਼ਾਬਾਸ਼ ਕਰਦਾ, ਵਾਰ-ਵਾਰ ਤੇਰੇ ਵਰਗੇ ਯੋਧਿਆਂ ਨੂੰ ਮੈਂ ਸਜਦਾ ਕਰਦਾ। ਤਰੀਫਾਂ ਪਾਨ ਚਬਾਨ ਕੋ, ਤੇਰੇ ਪਾਨ ਬੀੜੇ ਚੱਬਣ ਨੂੰ ਵੀ ਸ਼ਾਬਾਸ਼ ਹੈ। ਤੇਰੀ ਲੜਾਈ ਭਾਵ ਸ਼ਲਾਘਾਯੋਗ ਹੈ। ਨਿਸੁੰਭ ਵਰਗਿਆਂ ਨੂੰ ਸਤਿਗੁਰੂ ਜੀ ਨੇ ਬੜੀ ਉਸਤਤ ਦਿੱਤੀ। ਭਾਵ ਨਿਸੁੰਭ ਵਰਗਿਆਂ ਨੂੰ ਸਤਿਗੁਰੂ ਜੀ ਨੇ ਬਹਾਦਰ ਯੋਧਾ ਕਰਕੇ ਪੁਕਾਰਿਆ। ਸੱਚ ਜਾਣਨਾ ਦੁਨੀਆ ਦੇ ਬੜੇ ਐਸੇ ਵੱਡੇ ਵੱਡੇ ਯੋਧੇ ਹੋਏ ਨੇ, ਲੜਾਈਆਂ ਕਈ ਧਰਮਾਂ ਦੇ ਅੰਦਰ ਹੋਈਆਂ। ਇਹ ਪੁਆਇੰਟ ਨੋਟ ਕਰੋ, ਲੜਾਈਆਂ ਕਈ ਧਰਮਾਂ ਦੇ ਅੰਦਰ ਹੋਈਆਂ ਨੇ, ਪਰ ਸੱਚੀ ਗੱਲ ਹੈ ਕਦੇ ਕਿਸੇ ਨੇ ਆਪਣੇ ਦੁਸ਼ਮਣ ਨੂੰ ਸ਼ਾਬਾਸ਼ ਨਹੀਂ ਦਿੱਤੀ, ਕਦੇ ਕਿਸੇ ਨੇ ਆਪਣੇ ਦੁਸ਼ਮਣ ਨੂੰ ਚੰਗਾ ਨਹੀਂ ਕਿਹਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਵੀ ਕੋਈ ਜਰਨੈਲ ਇਹਨਾਂ ਦੇ ਸਾਹਮਣੇ ਚੜ੍ਹ ਕੇ ਆਇਆ, ਸਤਿਗੁਰ ਨੇ ਉਹਦੀ ਬਹਾਦਰੀ ਵੇਖ ਕੇ ਤੇ ਉਹਨੂੰ ਸ਼ਾਬਾਸ਼ ਵੀ ਦਿੱਤੀ। ਸ਼ਾਬਾਸ਼ ਨਹੀਂ ਦਿੱਤੀ, ਸਤਿਗੁਰ ਜੀ ਨੇ ਜਦੋਂ ਵੀ ਆਪਣਾ ਤੀਰ ਚਲਾਉਣਾ ਤੇ ਉਹਦੇ ਉੱਪਰ ਸੋਨਾ ਲੱਗਿਆ ਹੋਣਾ, 1.25 ਤੋਲੇ ਜਦੋਂ ਸੋਨਾ ਜਾ ਕੇ ਉਹਦੀ ਛਾਤੀ ਤੇ ਲੱਗਣਾ ਨਾ ਤੇ ਸਤਿਗੁਰੂ ਜੀ ਉਹਨੂੰ ਸ਼ਾਬਾਸ਼ ਦਿੰਦੇ ਸਨ ਕਿ ਬੇਸ਼ੱਕ ਤੂੰ ਮੇਰਾ ਤੀਰ ਖਾ ਕੇ ਧਰਤੀ ਤੇ ਡਿੱਗ ਗਿਆ, ਬੇਸ਼ੱਕ ਤੀਰ ਖਾ ਕੇ ਤੂੰ ਸੁਰਜਿਤ ਹੋ ਗਿਆ, ਪਰ ਸੱਚੀ ਗੱਲ ਇਹ ਹੈ ਪਿੱਛੇ ਤੇਰਾ ਪਰਿਵਾਰ ਭੁੱਖਾ ਨਾ ਮਰ ਜਾਏ, ਪਿੱਛੇ ਤੇਰਾ ਇਲਾਜ ਕਰਵਾਉਣ ਵਾਲਾ ਕੋਈ ਨਾ ਹੋਵੇ, ਕਿਤੇ ਇਹ ਨਾ ਹੋ ਜਾਏ। ਤਾਂ ਕਰਕੇ ਸਤਿਗੁਰੂ ਮਹਾਰਾਜ ਜੰਗ ਦੇ ਮੈਦਾਨ 'ਚ ਜਦੋਂ ਲੜਦੇ ਸਨ ਤੇ ਸਦਾ ਤੀਰ ਦੇ ਉੱਪਰ ਸੋਨਾ ਲਾ ਕੇ ਸਤਿਗੁਰੂ ਪ੍ਰਹਾਰ ਕਰਦੇ ਸਨ। ਸਤਿਗੁਰੂ ਜੀ ਨੇ ਹਰ ਇੱਕ ਉਸ ਜਰਨੈਲ ਦੀ ਉਸਤਤ ਕੀਤੀ। ਸਦੀਆਂ ਤੱਕ ਦਾ ਇਤਿਹਾਸ ਗਵਾਹ ਹੈ ਇੱਕ ਜਰਨੈਲ ਕਦੇ ਵੀ ਦੂਜੇ ਜਰਨੈਲ ਦੀ ਸ਼ਾਬਾਸ਼ ਨਹੀਂ ਕਰਦਾ। ਪਰ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਜਾਈਏ, ਉਹ ਸ਼ੰਕਾ ਕਰਨ ਵਾਲਿਓ ਚੁੰਝ ਗਿਆਨੀਓ, ਇਹ ਗੱਲ ਨੂੰ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਉਹਨਾਂ ਦੀ ਵਰਗੀ ਕੋਈ ਬਾਣੀ ਹੋਰ ਰਚ ਸਕਿਆ। ਤੇ ਸੱਚੀ ਗੱਲ ਇਹ ਹੈ, ਲੱਖ ਜ਼ੋਰ ਲਾ ਲਵੋ ਅੱਜ ਦਸਮ ਗ੍ਰੰਥ ਦੇ ਉੱਪਰ ਸ਼ੰਕਾ ਕਰਨ ਵਾਲਿਓ, ਲੱਖ ਜ਼ੋਰ ਲਾ ਲਵੋ ਚੰਡੀ ਦੀ ਵਾਰ ਦੇ ਉੱਪਰ ਸ਼ੰਕਾ ਕਰਨ ਵਾਲਿਓ, ਲੱਖਾਂ ਜ਼ੋਰ ਲਾ ਲਵੋ ਸੂਰਜ ਪ੍ਰਕਾਸ਼ ਨੂੰ ਮਾੜਾ ਕਹਿਣ ਵਾਲਿਓ, ਜਿੰਨਾ ਕਿਸੇ ਕੋਲੋਂ ਜ਼ੋਰ ਲੱਗਦਾ ਲਾ ਲਵੋ, ਪਰ ਸੱਚ ਪੁਰਾਣਾ ਹੋਵੇ ਨਹੀਂ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਹੀ ਨਵਾਂ ਰਹਿੰਦਾ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਆਖਰਕਾਰ ਝੂਠ ਦਾ ਵਿਨਾਸ਼ ਹੋਣਾ ਤੇ ਸੰਸਾਰ ਤਾਂ ਇਕੱਲਾ ਸੱਚ ਹੀ ਰਹਿ ਜਾਣਾ। ਇਹ ਸੱਚੀ ਗੱਲ ਹੈ, ਇਕੱਲਾ ਸੱਚ ਹੀ ਰਹਿ ਜਾਣਾ। ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਜੋ ਮਰਜ਼ੀ ਕਹੀ ਜਾਓ, ਚੰਡੀ ਦੀ ਵਾਰ ਇੱਕ ਐਸੀ ਤਾਕਤ ਹੈ, ਚੰਡੀ ਦੀ ਵਾਰ ਇੱਕ ਐਸਾ ਸਪਿਰਿਟ ਹੈ, ਜਦੋਂ ਉਹਨੂੰ ਇੱਕ ਸਧਾਰਨ ਤੋਂ ਸਧਾਰਨ ਕਮਜ਼ੋਰ ਜਿਹਾ ਵੀ ਮਨੁੱਖ ਜੇਕਰ ਪੜ੍ਹ ਲੈਂਦਾ ਹੈ ਨਾ, ਕਮਜ਼ੋਰ ਮਨੁੱਖ ਪੜ੍ਹਨ ਵਾਲਾ ਵੀ ਵੀਰ ਰਸ ਦੇ ਅੰਦਰ ਆ ਜਾਂਦਾ, ਉਹਦੇ ਅੰਦਰ ਵੀ ਵੀਰ ਰਸ ਆ ਜਾਂਦਾ। ਇੰਨੀ ਮਹਾਨ ਚੰਡੀ ਦੀ ਵਾਰ ਤੇ ਅਸੀਂ ਕਿੰਤੂ ਪਰੰਤੂ ਕਰਦੇ। ਉਹ ਮੇਰੇ ਚੁੰਝ ਗਿਆਨੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ, ਉਹ ਸਾਡੇ ਚੁੰਝ ਗਿਆਨੀ ਹੋ, ਉਹ ਕਿਉਂ ਤੁਸੀਂ ਇਹ ਰੇਡੀਓ ਵਿਰਸੇ ਪਿੱਛੇ ਲੱਗ ਕੇ, ਕਿਉਂ ਤੁਸੀਂ ਆ ਖੋਤੀ ਕੁਝ ਕੁ ਵਿਦਵਾਨਾਂ, ਮਾਫ਼ ਕਰਨਾ ਜੇ ਮੈਂ ਕਿਸੇ ਦੀ ਆਨ ਔਰ ਸ਼ਾਨ ਵਿੱਚ ਬੋਲਾਂ, ਪਰ ਸੱਚ ਰਹਿਣੋਂ ਕਹਿਣੋਂ ਰਿਹਾ ਨਹੀਂ ਜਾਂਦਾ, ਪਰ ਇਹ ਸੱਚੀ ਗੱਲ ਹੈ। ਕਿਉਂ ਤੁਸੀਂ ਰੇਡੀਓ ਵਿਰਸੇ ਪਿੱਛੇ ਲੱਗ ਕੇ, ਹਰਨੇਕ ਸਿੰਘ ਜੀ ਨੇਕੀ ਵਰਗਿਆਂ ਪਿੱਛੇ ਲੱਗ ਕੇ, ਕਿਉਂ ਤੁਸੀਂ ਢੱਡਰੀਆਂ ਵਾਲੇ ਵਰਗੇ ਖੋਤੀ ਵਿਦਵਾਨਾਂ ਪਿੱਛੇ ਲੱਗ ਕੇ ਤੇ ਆਪਣੇ ਪੰਥ ਦਾ ਬੇੜਾ ਗਰਕ ਕਰਨ ਲੱਗੇ ਹੋਏ ਹੋ। ਮੈਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਟਲ ਜਾਵੋ ਇਹੋ ਜਿਹੇ ਲੋਕਾਂ ਤੋਂ। ਮੈਂ ਮਾਵਾਂ ਨੂੰ ਵੀ ਬੇਨਤੀ ਕਰਦੇ ਹਾਂ, ਅੱਜ ਆਪਣੇ ਪੁੱਤਰਾਂ ਨੂੰ ਬਚਾ ਲਵੋ। ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਲੋਕਾਂ ਪਿੱਛੇ ਲੱਗ ਕੇ ਤੇ ਤੁਹਾਡੇ ਘਰੋਂ ਜਾਂਦੇ ਪੁੱਤਰ ਰਾਹ ਵਿੱਚ ਉਦੋਂ ਹੀ ਪਤਾ ਚੱਲੇਗਾ ਜਦੋਂ ਮੁਰਦੇ ਹੋ ਕੇ ਪਏ ਹੋਏ ਨੇ। ਇਹਨਾਂ ਨੇ ਖਤਮ ਕਰ ਦੇਣਾ ਸਾਨੂੰ, ਖੰਡੇ ਬਾਟੇ ਨਾਲੋਂ ਇਹਨਾਂ ਨੇ ਤੋੜ ਦਿੱਤਾ ਸਾਨੂੰ, ਦਸਮ ਬਾਣੀ ਦੇ ਨਾਲੋਂ ਇਹਨਾਂ ਨੇ ਤੋੜ ਦਿੱਤਾ। ਸੱਚ ਜਾਣਨਾ, ਜਿਹੜਾ ਪੌਦਾ, ਜਿਹੜਾ ਦਰਖਤ ਆਪਣੀ ਜੜ੍ਹ ਦੇ ਨਾਲੋਂ ਟੁੱਟ ਜਾਂਦਾ ਹੈ ਨਾ,
ਮੂਲ ਦੇ ਨਾਲੋਂ ਟੁੱਟ ਜਾਂਦਾ ਹੈ। ਬਾਹਰੋਂ ਜਿੰਨਾ ਮਰਜ਼ੀ ਹਰਿਆ ਭਰਿਆ ਹੋ ਜਾਵੇ ਕੁਝ ਨਹੀਂ ਹੁੰਦਾ। ਮੈਂ ਨਾ ਕਈ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੋਲ ਪੜ੍ਹਦਾ ਨਾ ਤੇ ਫਿਰ ਵਿਚਾਰੀਦਾ, ਜਦੋਂ ਗੁਰੂ ਨਾਨਕ ਬਾਬਾ ਜੀ ਕਹਿੰਦੇ ਨਾ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਿਆ ਧਰਤੀ ਨਾਲ। ਸੱਚੀ ਗੱਲ ਹੈ। ਆਹ 10-10 ਰੁਪਏ ਪੇਟੀਐਮ ਤੇ ਇਕੱਠੇ ਕਰ ਸਕਦੇ ਨੇ, ਲੱਖਾਂ ਰੁਪਈਆਂ ਟੈਂਕੀਆਂ ਵਾਸਤੇ ਇਕੱਠਾ ਕਰ ਸਕਦੇ ਨੇ, 6 ਕਰੋੜ ਰੁਪਈਆ ਵਾਈਟ ਹਾਊਸ ਦਾ ਨਕਸ਼ਾ ਬਣਾਉਣ ਵਾਸਤੇ ਦੀਵਾਨ ਹਾਲ ਤੇ ਲਾ ਸਕਦੇ ਨੇ। ਪਰ ਇਹਨਾਂ ਨੇ ਕੀਤਾ ਕੀ? ਆ ਕਰੋਨਾ ਦੀ ਇੰਨੀ ਮਹਾਂਮਾਰੀ ਆਈ, ਇਹਨਾਂ ਨੇ ਕਰੋਨਾ ਦੇ ਸਮੇਂ ਵਿੱਚ ਲੋਕਾਂ ਦੀ ਕਿੰਦੀ ਮਦਦ ਕੀਤੀ ਹੈ? ਕੋਈ ਇੱਕ ਵੀ ਐਸਾ? ਮੈਂ ਪ੍ਰੂਫ ਦੇ ਨਾਲ ਇਹ ਗੱਲ ਕਹਿਣਾ, ਸਬੂਤ ਹੈ ਮੇਰੇ ਕੋਲ ਇਸ ਗੱਲ ਦਾ। ਇੱਕ ਵਾਰੀ ਪਰਮੇਸ਼ਰ ਦੁਆਰ ਦਾ ਜਿਹੜਾ ਬਾਬਾ ਹੈ ਢੱਡਰੀਆਂ ਵਾਲਾ, ਇਹ ਲਾਈਵ ਹੋ ਕੇ ਇਸ ਗੱਲ ਦਾ ਜਵਾਬ ਦੇ ਦੇਵੇ ਕਿ ਮੇਰਾ ਪਿੰਡਾਂ ਵਿੱਚੋਂ ਲੰਗਰ ਨਹੀਂ ਆਉਂਦਾ। ਬਾਗੜੀਆਂ ਪਿੰਡ ਵਿੱਚੋਂ ਇਹਦਾ ਲੰਗਰ ਆਉਂਦਾ ਕਿ ਨਹੀਂ ਆਉਂਦਾ? 12,740 ਪਿੰਡ ਨੇ, ਤਕਰੀਬਨ ਬਹੁਤਾ ਨਹੀਂ ਤੇ 1000 ਪਿੰਡਾਂ ਵਿੱਚੋਂ ਇਹਦੇ ਗੁਰਦੁਆਰੇ ਦੇ ਅੰਦਰ ਲੰਗਰ ਪੱਕ ਕੇ ਆਉਂਦਾ। ਇਹ ਹੋਰ ਸੰਪਰਦਾਵਾਂ ਤੇ ਸ਼ੰਕੇ ਕਰਦਾ। ਜੇ ਮੇਰੀ ਇਹ ਗੱਲ ਝੂਠੀ ਹੈ ਤੇ ਜਵਾਬ ਦੇ ਲਾਈਵ ਹੋ ਕੇ ਤੇ ਇਸ ਗੱਲ ਦਾ ਜਵਾਬ ਦੇ ਦੇਵੇ ਕਿ ਹਾਂ ਭਾਈ ਇਹ ਗੱਲ ਝੂਠੀ ਹੈ। ਮੈਂ ਪ੍ਰੂਫ ਦੇਣਾ ਕਿ ਭਾਈ ਇਹਦਾ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਹੋ ਕੇ ਆਉਂਦਾ ਕਿ ਨਹੀਂ ਆਉਂਦਾ। ਪਿੰਡਾਂ ਵਾਲੇ ਸੇਵਾ ਕਰਦੇ ਨੇ। ਤੁਹਾਡਾ ਤਾਂ ਬਾਬਾ ਐਸਾ ਜਿਹਨੂੰ ਚੋਲੇ ਸਵਾਉਣ ਵਾਸਤੇ ਵੀ ਦੂਜਿਆਂ ਦੀ ਮਦਦ ਲੈਣੀ ਪੈਂਦੀ ਹੈ। ਦੂਜਿਆਂ ਨੂੰ ਕਹਿੰਦੇ ਕੀਰਤੀ ਸਿੱਖ ਬਣੋ, ਕੀਰਤੀ ਸਿੱਖ ਬਣੋ। ਸਰਕਾਰ ਦੀਆਂ ਸ਼ਹਿਆਂ ਲੈ ਕੇ ਨਾ ਆ 4-5 ਚਮਚੇ ਨਾਲ ਰੱਖ ਕੇ ਤੇ ਆ ਗੱਡੀਆਂ ਬੁਲਟ ਪ੍ਰੂਫ ਸ਼ੀਸ਼ਿਆਂ ਵਾਲੀਆਂ ਰੱਖ ਕੇ ਕੋਈ ਬਹਾਦਰ ਯੋਧਾ ਨਹੀਂ ਬਣ ਜਾਂਦਾ। ਯੋਧਾ ਤੇ ਉਹ ਹੁੰਦਾ ਜਿਹੜਾ ਬੇਝਿਜਕ ਹੋ ਕੇ, ਨਿਡਰ ਹੋ ਕੇ ਤੇ ਪ੍ਰਚਾਰ ਕਰੇ। ਤੁਸੀਂ ਦੂਜਿਆਂ ਨੂੰ ਗੁੰਡੇ ਕਹਿੰਦੇ ਹੋ, ਗੁੰਡਾਗਰਦੀ ਤਾਂ ਤੁਸੀਂ ਆਪ ਕੀਤੀ ਹੈ। ਵਿਕਾਊ ਤੇ ਤੁਸੀਂ ਆਪ ਹੋ, ਵਿਕਾਊ ਤੇ ਤੁਹਾਡੇ ਚੈਨਲ ਨੇ। ਤੁਹਾਡਾ ਚੈਨਲ ਤੇ ਦੂਜੇ ਚੈਨਲਾਂ ਨੂੰ ਵੀ ਨਹੀਂ ਦੇਖ ਸਕਦਾ। ਜਿਹੜਾ ਕੋਈ ਚੈਨਲ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਤੁਸੀਂ ਰਿਪੋਰਟਾਂ ਪਾ ਕੇ ਤੇ ਉਹ ਚੈਨਲ ਬੰਦ ਕਰ ਦਿੰਦੇ ਹੋ। ਚੈਨਲ ਬੰਦ ਕਰ ਦਿੰਦੇ ਹੋ। ਉਹ ਰੱਬ ਦਾ ਵਾਸਤਾ ਹੈ ਤੁਹਾਨੂੰ, ਤੁਸੀਂ ਨਾ ਸਿੱਖੀ ਵਿੱਚ ਦਰਾੜਾਂ ਪਾਵੋ, ਨਾ ਦਰਾੜਾਂ ਪਾਵੋ। ਤੁਸੀਂ ਆਪੇ ਹੀ ਰੌਲਾ ਪਾ ਦਿੰਦੇ ਹੋ ਕਿ ਲੋ ਭਾਈ ਸਾਡੇ ਨਾਲ ਬਹਿ ਕੇ ਕੋਈ ਵਿਚਾਰ ਕਰੇ। ਜਦੋਂ ਵਿਚਾਰ ਕਰਨ ਦੀ ਬਹਿ ਕੇ ਆਉਣ ਦੀ ਵਾਰੀ ਆਈ, ਉਦੋਂ ਤੁਸੀਂ ਕਹਿੰਦੇ ਸੀ ਟੀਵੀਆਂ 'ਤੇ ਵਿਚਾਰ ਕਰਨੀ ਹੈ। ਤੁਸੀਂ ਆਪ ਹੀ ਮੁੜ ਕੇ ਭੱਜ ਜਾਂਦੇ ਹੋ। ਤੁਸੀਂ ਝੂਠੇ ਹੋ। ਤਾਂ ਕਰਕੇ ਭਾਈ ਸੱਚ ਸਦਾ ਸੱਚ ਹੀ ਰਹਿੰਦਾ। ਰੱਬ ਦਾ ਵਾਸਤਾ ਨਾ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹ ਦੇ ਉੱਪਰ ਪਾਵੋ। ਸਮਝ ਜਾਵੋ। ਆ ਰੇਡੀਓ ਵਿਰਸੇ ਵਾਲੇ ਵੀਰ ਨੂੰ ਵੀ ਮੇਰੀ ਬੇਨਤੀ ਹੈ, ਉਹ ਨੇਕੀ ਜੀ ਕਿਰਪਾ ਕਰਕੇ ਨੇਕੀਆਂ ਵਾਲੇ ਕੰਮ ਹੀ ਕਰੋ। ਨਾਮ ਨੇਕੀ ਰੱਖਿਆ ਤੇ ਕੰਮ ਵੀ ਤੇ ਨੇਕੀਆਂ ਵਾਲੇ ਹੋਣੇ ਚਾਹੀਦੇ। ਨਾਮ ਤੇ ਹਰ ਨੇਕ ਹੈ। ਹਰ ਦਾ ਅਰਥ ਹਰੀ ਹੋ ਗਿਆ, ਭਾਵ ਪਰਮਾਤਮਾ। ਨੇਕ ਦਾ ਅਰਥ ਨੇਕੀ, ਕਿ ਉਹ ਇਨਸਾਨ ਜਿਹੜਾ ਨੇਕੀ ਕਰਨ ਵਾਲਾ ਹੋਵੇ। ਪਰ ਤੇਰੇ ਪੱਲੇ ਤੇ ਨੇਕੀ ਨਹੀਂ। ਤੂੰ ਜਦਨ ਦਾ ਰੇਡੀਓ ਵਿਰਸੇ ਤੇ ਆਇਆ ਨਾ ਮੇਰੇ ਵੀਰਾ, ਉਸੇ ਦਿਨ ਤੂੰ ਕੁਫਰ ਹੀ ਤੋਲੀ ਜਾਂਦਾ। ਇੱਕ ਦਿਨ ਵੀ ਹੈ ਜਦੋਂ ਤੂੰ ਗੁਰੂਆਂ ਦੀ ਆਨ ਸ਼ਾਨ ਵਿੱਚ ਖਿਲਾਫ ਨਾ ਬੋਲਿਆ ਹੋਵੇ। ਇੱਕ ਦਿਨ ਵੀ ਇੱਦਾਂ ਦਾ ਹੈ ਜਦੋਂ ਤੂੰ ਇਤਿਹਾਸ ਦੇ ਖਿਲਾਫ ਨਾ ਬੋਲਿਆ ਹੋਵੇ। ਇੱਕ ਦਿਨ ਵੀ ਹੈ ਜਦੋਂ ਤੂੰ ਵਿਦਵਾਨਾਂ ਦੇ ਖਿਲਾਫ ਨਾ ਬੋਲਿਆ ਹੋਵੇ। ਤੂੰ ਜੱਦਣ ਦਾ ਆਇਆ, ਤੂੰ ਕੰਮ ਹੀ ਇਹ ਕਰਨ ਵਾਸਤੇ ਆਇਆ। ਕਈ ਵਾਰੀ ਤੇ ਗੁਰਬਾਣੀ ਦਾ ਬੋਲ ਪੜ੍ਹ ਕੇ ਸੱਚ ਇਹ ਪ੍ਰਤੀਤ ਹੁੰਦਾ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਹੁਣ ਮੈਂ ਇਹਦੇ ਦੂਜੇ ਪਾਸੇ ਅਰਥ ਕਰਾਂਗਾ, ਤੂੰ ਆਪ ਵੀ ਵਿਗੜਿਆ ਸੀ, ਰਹਿੰਦਾ ਸੰਦਾ ਤੂੰ ਢੱਡਰੀਆਂ ਵਾਲੇ ਨੇ ਵੀ ਨਾਲ ਹੀ ਵਿਗਾੜ ਦਿੱਤਾ। ਤੂੰ ਉਹਨੂੰ ਵੀ ਨਾਲ ਹੀ ਵਿਗਾ, ਇੱਕੋ ਜਿਹੇ ਇਕੱਠੇ ਹੋ ਗਏ। ਆਹ ਦੇਖੋ, ਪੜ੍ਹੋ ਜਰਾ, ਚੰਡੀ ਦੀ ਵਾਰ ਦੀਆਂ ਲਿਖਤਾਂ ਸਾਹਮਣੇ ਪਈਆਂ ਨੇ, ਪੜ੍ਹ ਕੇ ਵੇਖੋ ਜਰਾ ਚੰਡੀ ਦੀ ਵਾਰ ਨੂੰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕੱਲੇ ਦੇਵਤਿਆਂ ਨੂੰ ਨਹੀਂ, ਬਲਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਯੋਧਿਆਂ ਨੂੰ ਵੀ ਸਿਜਦਾ ਕੀਤਾ। ਉਹ ਯੋਧਿਆਂ ਨੂੰ ਵੀ ਸਤਿਗੁਰ ਜੀ ਨੇ ਮਹਾਨ ਕਿਹਾ, ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਨੇ, ਜਿਹੜੇ ਸ਼ਹੀਦ ਹੋਏ ਨੇ। ਅੱਗੇ ਸਾਹਿਬ ਜੀ ਨੇ ਫਿਰ ਪੌੜੀ ਉਚਾਰਨ ਕੀਤੀ। 51ਵੀਂ ਪੌੜੀ ਵਿੱਚ ਕਹਿੰਦੇ, ਦੁਰਗਾ ਅਤੈ ਦਾਨਵੀ ਗਹਿ ਸੰਗਰ ਕੱਥੇ। ਹੁਣ ਅਸੀਂ ਦੁਰਗਾ ਤੇ ਰਾਖਸ਼ਾਂ ਦਾ ਯੁੱਧ ਦਾ ਵਰਣਨ ਕਰਨ ਲੱਗੇ ਹਾਂ। ਭਾਵ ਗੁਰੂ ਜੀ ਕਹਿੰਦੇ ਹੁਣ ਇੱਥੇ ਦੁਰਗਾ ਦਾ ਤੇ ਰਾਖਸ਼ਾਂ ਦੇ ਯੁੱਧ ਦਾ ਵਰਣਨ ਹੋਣ ਲੱਗਿਆ। ਓਰੜ ਉੱਠੇ ਸੂਰਮੇ ਆ ਢਾਹੇ ਮੱਥੇ। ਜੰਗ ਕਰਨ ਲਈ ਕਹਿੰਦੇ ਸੂਰਬੀਰ ਯੋਧੇ ਕਹਿੰਦੇ ਉਲੱਗ ਪਏ ਤੇ ਆਮੋ ਸਾਹਮਣੇ ਹੋ ਗਏ। ਭਾਵ ਇੱਕੋ ਦਮ ਉੱਠੇ, ਜੋਸ਼ ਵਿੱਚ ਆ ਗਏ ਨੇ। ਕੱਟ ਤੁਫੰਗੀ ਕੈਬਰੀ ਦਲ ਗਾਹੇ ਨੇ ਕੱਥੇ। ਦੋਵਾਂ ਪਾਸਿਆਂ ਦੇ ਸੂਰਮੇ ਕਹਿੰਦੇ ਬੰਦੂਕਾਂ ਤੇ ਤੀਰਾਂ ਨਾਲ ਕਹਿੰਦੇ ਫੌਜਾਂ ਨੂੰ ਕੱਟੀ ਵੱਢੀ ਜਾਂਦੇ ਨੇ। ਇਕੱਲੇ ਇੱਕ ਪਾਸੇ ਨੇ, ਦੋਨਾਂ ਪਾਸਿਆਂ ਤੋਂ। ਉਧਰੋਂ ਰਾਖਸ਼ ਦੇਵਤਿਆਂ ਨੂੰ ਮਾਰਦੇ ਪਏ ਨੇ, ਦੇਵਤੇ ਰਾਖਸ਼ਾਂ ਨੂੰ ਮਾਰਦੇ ਪਏ ਨੇ। ਕਿਉਂਕਿ ਕੁਦਰਤੀ ਗੱਲ ਹੈ, ਜੰਗ ਦਾ ਮੈਦਾਨ ਹੈ। ਜੇ ਹੁਣ ਅਸੀਂ ਇਹ ਕਹੀ ਜਾਈਏ ਕਿ ਭਾਈ ਇਕੱਲੇ ਸਿੱਖ ਹੀ ਜੁਝਾਰੂ ਯੋਧੂ ਨੇ, ਬਾਕੀ ਤੇ ਸੈਨਾ ਨਹੀਂ, ਜੁਝਾਰੂ ਹਰ ਇੱਕ ਦੇ ਅੰਦਰ ਹੀ ਨੇ। ਭਾਵ ਮੁਕਾਬਲਾ ਸਦਾ ਦੋਨਾਂ ਪਾਸੇ ਦੇ ਉੱਤੋਂ ਹੁੰਦਾ ਹੈ। ਗੱਲ ਇਹ ਨਹੀਂ ਹੈ ਕਿ ਸ਼ਹੀਦ ਕੌਣ ਹੋਇਆ ਤੇ ਬਚਿਆ ਕੌਣ ਹੈ। ਜਿਹੜਾ ਜੰਗ ਦੇ ਮੈਦਾਨ 'ਚ ਛਾਤੀ ਡਾਹ ਕੇ ਖੜਾ ਹੋ ਜਾਏ, ਉਹ ਸੂਰਮਾ ਕਹਾਣ ਦਾ ਹੱਕਦਾਰ ਹੁੰਦਾ। ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਕਿਸੇ ਵੀ ਸੈਨਾ ਦਾ ਹੋਵੇ, ਸੂਰਮਾ ਸਦਾ ਸੂਰਮਾ ਹੀ ਰਹਿੰਦਾ ਹੁੰਦਾ। ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ। ਕਹਿੰਦੇ ਮਾਨੋ ਇਸ ਅਸਮਾਨ ਦੇ ਜੰਗ ਨੂੰ ਵੇਖਣ ਵਾਸਤੇ ਨਾ ਵੱਡੇ ਵੱਡੇ ਕਹਿੰਦੇ ਫਰਿਸ਼ਤੇ ਕਹਿੰਦੇ ਆਕਾਸ਼ ਤੋਂ ਹੇਠਾਂ ਆ ਗਏ। ਹੁਣ ਅੱਗੇ 52 ਪੌੜੀ ਵਿੱਚ ਸਾਹਿਬ ਜੀ ਕਹਿੰਦੇ, ਦੂਹਾਂ ਕੰਧਾਰਾ ਮੂੰਹ ਜੁੜੇ
ਦਲ ਘੁਰੇ ਨਗਾਰੇ। ਰਨ ਭੂਮੀ ਦੇ ਵਿੱਚ ਕਹਿੰਦੇ ਨਗਾਰਾ ਵਜਣਾ ਦੋਨਾਂ ਪਾਸਿਆਂ ਤੋਂ ਸ਼ੁਰੂ ਹੋ ਗਿਆ। ਫੌਜਾਂ ਜੰਗ ਕਰਨ ਵਾਸਤੇ ਆਰੰਭ ਹੋ ਗਈਆਂ। ਓਰੜ ਆਏ ਸੂਰਮੇ ਸਿਰਦਾਰ ਰਣਿਆਰੇ। ਕਹਿੰਦੇ ਦੋਵਾਂ ਪਾਸਿਆਂ ਦੀ ਫੌਜਾਂ ਦੇ ਵੱਡੇ ਵੱਡੇ ਕਹਿੰਦੇ ਜਰਨੈਲ ਜੰਗ ਕਰਨ ਲਈ ਰਨ ਭੂਮੀ ਦੇ ਅੰਦਰ ਆ ਗਏ। ਲੈ ਕੇ ਤੇਗਾਂ ਬਰਸ਼ੀਆਂ ਹਥਿਆਰ ਉਭਾਰੇ। ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤੇਗਾਂ ਲੈ ਲਈਆਂ, ਬਰਸ਼ੀਆਂ ਲੈ ਲਈਆਂ ਤੇ ਹੋਰ ਕਹਿੰਦੇ ਸਾਰੇ ਸ਼ਸਤਰ ਹੱਥਾਂ ਵਿੱਚ ਫੜ ਲਏ। ਟੋਪ ਪਟੇਲਾਂ ਪਾਖਰਾਂ ਗਲ ਸਾਂਝ ਸਵਾਰੇ। ਉਹਨਾਂ ਯੋਧਿਆਂ ਨੇ ਸਿਰ ਦੇ ਉੱਪਰ ਟੋਪੀਆਂ ਪਾ ਲਈਆਂ ਲੋਹੇ ਦੀਆਂ, ਸਰੀਰ ਦੇ ਉੱਪਰ ਕਹਿੰਦੇ ਸੰਜੋਆਂ ਪਾ ਲਈਆਂ, ਮਾਨੋ ਆਪਦੇ ਆਪ ਨੂੰ ਚੰਗੀ ਤਰ੍ਹਾਂ ਕਹਿੰਦੇ ਉਹਨਾਂ ਨੇ ਲੋਹੇ ਵਿੱਚ ਮੜ ਲਿਆ ਹੋਵੇ। ਤੇ ਘੋੜਿਆਂ ਦੇ ਉੱਪਰ ਕਹਿੰਦੇ ਕਾਠੀਆਂ, ਕਹਿੰਦੇ ਉਹਨਾਂ ਦੇ ਉੱਪਰ ਵੀ ਚੰਗੀ ਤਰ੍ਹਾਂ ਸੰਜੋਆਂ ਪਾ ਲਈਆਂ ਨੇ। ਲੈ ਕੇ ਬਰਸ਼ੀ ਦੁਰਗ ਸ਼ਾਹ ਬਹੁਤ ਦਾਨਵ ਮਾਰੇ। ਪਰ ਕਹਿੰਦੇ ਦੁਰਗਾ ਦੇਵੀ ਨੇ ਵੀ ਆਪਣੇ ਹੱਥ ਦੇ ਅੰਦਰ ਬਰਸ਼ੀ ਫੜ ਲਈ ਤੇ ਬਰਸ਼ੀ ਫੜ ਕੇ ਤੇ ਕਹਿੰਦੇ ਫਿਰ ਦਾਨਵਾਂ ਦਾ ਸੰਘਾਰ ਕਰਨਾ ਆਰੰਭ ਕਰ ਦਿੱਤਾ। ਚੜੇ ਰੱਥੀ ਗੱਜ ਘੋੜਈ ਮਾਰ ਭੋਏ ਤੇ ਡਾਰੇ। ਜਿਹੜੇ ਕਹਿੰਦੇ ਹਾਥੀਆਂ ਤੇ ਚੜੇ ਫਿਰਦੇ ਸੀਗੇ, ਜਿਹੜੇ ਘੋੜਿਆਂ ਤੇ ਚੜੇ ਫਿਰਦੇ ਸੀਗੇ, ਦੁਰਗਾ ਦੇਵੀ ਦੇ ਵਾਰ ਦੇ ਅੱਗੇ ਕਹਿੰਦੇ ਉਹ ਟੇਕ ਨਾ ਸਕੇ। ਉਹ ਵੀ ਕਹਿੰਦੇ ਘੁੰਮ ਘੁੰਮ ਕੇ ਜ਼ਮੀਨ ਤੇ ਡਿੱਗੇ, ਭਾਵ ਉਹ ਵੀ ਕਹਿੰਦੇ ਥੱਲੇ ਆ ਗਏ। ਜਾਨ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਕਹਿੰਦੇ ਜਿਵੇਂ ਫਿਰ ਹਲਵਾਈ ਕੜਕਦੇ ਤੇਲ ਦੇ ਵਿੱਚ ਕਹਿੰਦੇ ਵੜੀਆਂ ਦੇ ਵੜੇ ਨਹੀਂ ਕੱਢਦਾ, ਕਹਿੰਦੇ ਉੱਦਾਂ ਕਹਿੰਦੇ ਮਨ ਰਨ ਭੂਮੀ ਵਿੱਚ ਇਹਨਾਂ ਦੇ ਵੜੇ ਬਣ ਗਏ। ਭਾਵ ਇੱਦਾਂ ਕਹਿੰਦੇ ਧੂ ਧੂ ਕੇ ਇਹਨਾਂ ਨੂੰ ਦੁਰਗਾ ਦੇਵੀ ਨੇ ਮਾਰਿਆ। ਪੌੜੀ ਦੂਹਾਂ ਕੰਧਾਰਾਂ ਮੂੰਹ ਜੁੜੇ ਨਾਲ ਧੋਸਾ ਭਾਰੀ। ਜਦੋਂ ਰਨ ਭੂਮੀ ਵਿੱਚ ਦੋਨਾਂ ਪਾਸਿਆਂ ਤੋਂ ਫੌਜਾਂ ਆਈਆਂ, ਧੋਸੇ ਵੱਜਣੇ ਕਹਿੰਦੇ ਸ਼ੁਰੂ ਹੋ ਗਏ ਨੇ, ਫੌਜਾਂ ਦਾ ਟਾਕਰਾ ਸ਼ੁਰੂ ਹੋ ਗਿਆ। ਲਈ ਭਗੋਤੀ ਦੁਰਗ ਸ਼ਾਹ ਵਰ ਜਾਗਣ ਭਾਰੀ। ਦੁਰਗਾ ਦੇਵੀ ਨੇ ਕਹਿੰਦੇ ਭਗੋਤੀ ਲੈ ਲਈ, ਭਾਵ ਚਮਕਦੀ ਹੋਈ ਤਿੱਖੀ ਤਲਵਾਰ ਕਹਿੰਦੇ ਆਪਣੇ ਹੱਥ ਦੇ ਵਿੱਚ ਫੜ ਲਈ। ਲਾਈ ਰਾਜੇ ਸੁੰਭਣੋ ਰਤ ਪੀਐ ਪਿਆਰੀ। ਉਹ ਤਿੱਖੀ ਤਲਵਾਰ ਕਹਿੰਦੇ ਜਿਵੇਂ ਹੀ ਕਹਿੰਦੇ ਫਿਰ ਮਾਰੀ ਨਾ ਸੁੰਭ ਰਾਜੇ ਦੇ, ਤੇ ਕਹਿੰਦੇ ਉਹਦੇ ਸਰੀਰ ਦੇ ਵਿੱਚੋਂ ਖੂਨ ਦੇ ਇੱਕੋ ਦਮ ਕਹਿੰਦੇ ਰਤ ਨਿਕਲੀ, ਬੜੀ ਕਹਿੰਦੇ ਰਤ ਥੱਲੇ ਡਿੱਗੀ। ਸੁੰਭ ਪਲਾਨੋ ਡਿੱਗਿਆ ਉਪਮਾ ਵਿਚਾਰੀ। ਦੁਰਗਾ ਦੇ ਇਸ ਭਿਆਨਕ ਇੱਕੋ ਵਾਰ ਦੇ ਨਾਲ ਹੀ ਕਹਿੰਦੇ ਘੋੜੇ ਦੀ ਕਾਠੀ ਤੋਂ ਸੁੰਭ ਰਾਜਾ ਥੱਲੇ ਡਿੱਗਿਆ। ਕਹਿੰਦੇ ਇਸ ਦ੍ਰਿਸ਼ ਨੂੰ ਵੇਖ ਕੇ ਨਾ ਕਵੀ ਦੇ ਮਨ ਵਿੱਚ ਇਹ ਫੁਰਨਾ ਉੱਠਿਆ, ਭਾਵ ਇੱਦਾਂ ਦੀ ਕਹਿੰਦੇ ਵਿਚਾਰ ਆਈ। ਡੁੱਬ ਰਤੋਂ ਨਾਲੋਂ ਨਿਕਲੀ ਬਰਸ਼ੀ ਦੁਧਾਰੀ। ਕਹਿੰਦੇ ਖੂਨ ਦੇ ਨਾਲ ਲੱਥ-ਪੱਥ ਹੋਈ ਤਲਵਾਰ ਜਦੋਂ ਉਹਦੇ ਸਰੀਰ ਦੇ ਵਿੱਚੋਂ ਬਾਹਰ ਆਈ ਨਾ, ਜਾਨ ਰਜਾਂਦੀ ਉਤਰੀ ਪੈਣ ਸੂਹੀ ਸਾਰੀ। ਜਿਵੇਂ ਕਹਿੰਦੀ ਕੋਈ ਸ਼ਹਿਜ਼ਾਦੀ ਲਾਲ ਰੰਗ ਦੇ ਕਹਿੰਦੇ ਵਸਤਰ ਪਾਏ ਹੋਣ ਤੇ ਬੜਾ ਸੱਜ ਧੱਜ ਕੇ ਸ਼ਿੰਗਾਰ ਕੀਤਾ ਹੋਵੇ ਨਾ, ਕਹਿੰਦੇ ਠੀਕ ਉਸੇ ਤਰ੍ਹਾਂ ਦੁਰਗਾ ਦੇਵੀ ਦੀ ਤਲਵਾਰ ਬਣ ਚੁੱਕੀ ਸੀ, ਖੂਨ ਦੇ ਨਾਲ ਲਾਲ ਕਹਿੰਦੇ ਲੱਥ-ਪੱਥ ਹੋਈ ਪਈ ਹੈ, ਜਿਵੇਂ ਕੋਈ ਸੁਹਾਗਣ ਕਹਿੰਦੇ ਤਿਆਰ ਹੋਈ ਹੁੰਦੀ ਹੈ। ਇੱਦਾਂ ਦਾ ਭਾਵ ਉੱਥੇ ਦ੍ਰਿਸ਼ ਬਣ ਗਿਆ। ਅੱਗੇ ਸਾਹਿਬ ਜੀ ਨੇ 54ਵੀਂ ਪੌੜੀ ਉਚਾਰਨ ਕਰਦੇ ਹੋਏ ਕਿਹਾ, ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ। ਦੁਰਗਾ ਤੇ ਰਾਖਸ਼ਾਂ ਦਾ ਸਵੇਰ ਤੋਂ ਕਹਿੰਦੇ ਜੰਗ ਸ਼ੁਰੂ ਹੋ ਗਿਆ। ਸ਼ਸਤਰ ਪੂਜਨ ਤੇ ਦੁਰਗਸ਼ਾ ਗਿਆ ਸਭਣੀ ਬਾਹੀ। ਦੇਵੀ ਦੁਰਗਾ ਨੇ ਆਪਣੀਆਂ ਕਹਿੰਦੇ ਸਾਰੀਆਂ ਬਾਹਾਂ ਵਿੱਚ ਸ਼ਸਤਰ ਫੜ ਲਏ, ਭਾਵੇਂ ਚੰਗੀ ਤਰ੍ਹਾਂ ਕਹਿੰਦੇ ਸ਼ਸਤਰ ਲੈ ਲਏ ਨੇ। ਸੁੰਭ ਨਸੁੰਭ ਸੰਘਾਰਿਆ ਵੱਥ ਜਿਹੇ ਸਾਈ। ਸੁੰਭ ਤੇ ਨਸੁੰਭ ਜਿਹੜੇ ਦੋਨੇ ਭਰਾ ਨੇ, ਬੇਸ਼ੁਮਾਰ ਕਹਿੰਦੇ ਵਸਤੂਆਂ ਇਹਨਾਂ ਦੇ ਕੋਲ ਵੀ ਨੇ, ਇਹਨਾਂ ਨੂੰ ਕਹਿੰਦੇ ਦੁਰਗਾ ਦੇਵੀ ਨੇ ਆਖਰਕਾਰ ਖਤਮ ਕਰ ਹੀ ਦਿੱਤਾ। ਫੌਜਾਂ ਰਕਸ਼ੇ ਆ ਰਹੀਆਂ ਦੇਖ ਰੋਵਣ ਧਾਈ। ਜਦੋਂ ਹੁਣ ਸੁੰਭ ਤੇ ਨਸੁੰਭ ਕਹਿੰਦੇ ਮਾਰੇ ਗਏ, ਕਹਿੰਦੇ ਇਹਨਾਂ ਦੇ ਜਿਹੜੇ ਰਾਖਸ਼ੀ ਫੌਜਾਂ ਸੀ ਉਹ ਵੇਖ ਕੇ ਰੋਣ ਲੱਗੀਆਂ। ਉਹਨਾਂ ਵਿੱਚ ਕਹਿੰਦੇ ਭਾਜੜਾਂ ਪੈ ਗਈਆਂ। ਮੋਹ ਕੁੜੱਚੇ ਘਾਹ ਦੇ ਛੱਡ ਘੋੜੇ ਰਾਹੀ। ਰਾਖਸ਼ਾਂ ਦੇ ਫੌਜੀ ਕਹਿੰਦੇ ਆਪਣੇ ਘੋੜੇ ਛੱਡ ਕੇ, ਆਪਣੇ ਸ਼ਸਤਰ ਛੱਡ ਕੇ, ਆਪਣੀ ਰਣ ਭੂਮੀ ਛੱਡ ਕੇ ਤੇ ਦੌੜਨਾ ਇਹਨਾਂ ਨੇ ਆਰੰਭ ਕਰ ਦਿੱਤਾ। ਰਣ ਭੂਮੀ ਛੱਡ ਕੇ ਤੇ ਪਿੱਠ ਵਿਖਾ ਕੇ ਤੇ ਕਹਿੰਦੇ ਹੁਣ ਜੰਗ ਦੇ ਮੈਦਾਨ ਵਿੱਚੋਂ ਭੱਜਦੇ ਨੇ। ਭੱਜਦੇ ਹੋਏ ਮਾਰੀਅਨ ਮੁੜ ਝਾਕਣ ਨਾਈ। ਜਦੋਂ ਵੀ ਕਹਿੰਦੇ ਭੱਜਦੇ ਪਿੱਛੇ ਦੁਰਗਾ ਦੇਵੀ ਇਹਨਾਂ ਦੇ ਪਿੱਛੇ ਕਹਿੰਦੇ ਤਲਵਾਰ ਲੈ ਕੇ ਭੱਜਦੀ ਹੈ ਤੇ ਕਹਿੰਦੇ ਇਹ ਪਿੱਛੇ ਝਾਕ ਕੇ ਨਹੀਂ ਵੇਖਦੇ, ਇਹਨਾਂ ਨੂੰ ਜਾਨ ਬਚਾਉਣ ਦੀ ਪਈ ਹੋਈ ਹੈ। ਭਾਵ ਇਹ ਜਾਨਾਂ ਬਚਾਉਣ ਵਾਸਤੇ ਕਹਿੰਦੇ ਅੱਗੇ ਅੱਗੇ ਭੱਜੀ ਜਾਂਦੇ ਨੇ, ਮੁੜ ਕੇ ਪਿੱਛੇ ਵੀ ਨਹੀਂ ਵੇਖਦੇ, ਇਹ ਪਾਣੀ ਵੀ ਨਹੀਂ ਮੰਗਦੇ। ਅੱਗੇ ਸਾਹਿਬ ਜੀ ਨੇ ਆਖਰੀ ਔਰ 55 ਪੌੜੀ ਉਚਾਰਨ ਕਰਦੇ ਹੋਏ ਕਿਹਾ, ਸੁੰਭਨ ਸੁੰਭ ਪਠਾਇਆ ਜੰਮ ਦੇ ਧਾਮ ਨੂੰ। ਦੁਰਗਾ ਨੇ ਕਹਿੰਦੇ ਸੁੰਭ ਤੇ ਨਸੁੰਭ ਨੂੰ ਮਾਰਿਆ, ਕਹਿੰਦੇ ਇਹ ਜੰਮ ਦੇ ਧਾਮ ਨੂੰ ਚਲੇ ਗਏ। ਭਾਵ ਇਹ ਕਹਿੰਦੇ ਇਸ ਮਾਤ ਲੋਕ ਦੇ ਵਿੱਚੋਂ ਕਹਿੰਦੇ ਪ੍ਰਲੋਕ ਗਮਨ ਕਰ ਗਏ। ਇੰਦਰ ਸੱਦ ਬੁਲਾਇਆ ਰਾਜ ਅਬ ਭੇਖ ਨੂੰ। ਕਹਿੰਦੇ ਰਾਜੇ ਇੰਦਰ ਨੂੰ ਸਵਰਗਪੁਰੀ ਦਾ ਭਾਵ ਅਮਰਾਵਤੀ ਦਾ ਰਾਜ ਦਿੱਤਾ।
ਇੰਦਰ ਦੇਵਤੇ ਨੂੰ ਕਹਿੰਦੇ ਰਾਜ ਤਿਲਕ ਲਾਇਆ, ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦਾ। ਫਿਰ ਵਾਪਸ ਇੰਦਰ ਦੇਵਤੇ ਦੇ ਸਿਰ ਦੇ ਉੱਪਰ ਅਮਰਾਵਤੀ ਦਾ ਕਹਿੰਦੇ ਛਤਰ ਚਲਾ ਦਿੱਤਾ। 14 ਲੋਕਾਂ ਛਾਇਆ ਜਸ ਜਗ ਮਾਤ ਦਾ। ਤੇ ਰਾਖਸ਼ਾਂ ਨੂੰ ਮਾਰਨ ਦਾ ਜਿਹੜਾ ਇਹ ਪ੍ਰਸੰਗ ਸੀ, ਦੁਰਗਾ ਦੇਵੀ ਦੀ 14 ਲੋਕਾਂ ਦੇ ਵਿੱਚ ਉਪਮਾ ਹੋਣ ਲੱਗੀ। ਭਾਵ ਸਾਰੇ ਪਾਸੇ ਦੁਰਗਾ ਦੇਵੀ ਦੀ ਉਪਮਾ ਹੀ ਹੋ ਰਹੀ ਹੈ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ। ਹੁਣ ਇਹ ਚੀਜ਼ ਵਿਚਾਰਨ ਵਾਲੀ ਹੈ। ਇੱਥੇ ਬੜੇ ਅਖੋਤੀ ਵਿਦਵਾਨ ਇਹ ਗੱਲ ਕਰਦੇ ਨੇ ਕਿ ਲਓ ਜੀ ਇਹ ਤੇ ਦੁਰਗਾ ਦੇਵੀ ਦਾ ਪਾਠ ਹੈ, ਇਹ ਦੁਰਗਾ ਦੇਵੀ ਨੇ ਬਣਾਇਆ। ਉਹ ਭਾਈ ਅਸੀਂ ਥੋੜ੍ਹਾ ਜਿਹਾ ਪੜ੍ਹਨ ਦਾ ਕਸ਼ਟ ਕਰਿਆ ਕਰੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਇਹ ਪਾਠ ਜਿਹੜਾ ਦੁਰਗਾ ਦਾ ਮੈਂ ਬਣਾਇਆ, ਭਾਵ ਇਹ ਸਾਰੀਆਂ ਪੌੜੀਆਂ ਮੈਂ ਜਿੱਤ ਦੀਆਂ ਬਣਾਈਆਂ ਨੇ, ਇਹ ਮੇਰੀਆਂ ਬਣਾਈਆਂ ਹੋਈਆਂ ਪੌੜੀਆਂ ਨੇ। ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ। ਜਿਹੜਾ ਧਿਆਨ ਦੇ ਨਾਲ ਇਸ ਵਾਰ ਸ਼੍ਰੀ ਭਗਵਤੀ ਜੀ ਨੂੰ ਪੜ੍ਹੇਗਾ, ਇਸ ਵਾਰ ਤੋਂ ਸਿੱਖਿਆ ਲਏਗਾ, ਸੇਧ ਲਏਗਾ, ਕਹਿੰਦੇ ਫਿਰ ਉਹਦਾ ਵੀ ਜਨਮ ਮਰਨ ਕੱਟਿਆ ਜਾਏਗਾ। ਉਹਦੇ ਵਿੱਚੋਂ ਵੀ ਰਾਖਸ਼ਾਂ ਵਾਲੀ ਬਿਰਤੀ ਖਤਮ ਹੋ ਜਾਏਗੀ ਤੇ ਉਹ ਵੀ ਇੱਕ ਦੇਵਤਿਆਂ ਵਾਲੇ ਜੀਵਨ ਵਾਂਗੂ ਆਪਣਾ ਜੀਵਨ ਬਤੀਤ ਕਰਨ ਲੱਗ ਜਾਏਗਾ। ਇਸੇ ਕਰਕੇ ਭਾਈ ਸ਼ੰਕੇ ਛੱਡ ਦਈਏ, ਇਹ ਵਾਰ ਨੂੰ ਪੜ੍ਹ ਕੇ ਤੇ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਵੀਰ ਰਸੀ ਵਾਰ ਪੜ੍ਹ ਕੇ ਤੇ ਆਪਣਾ ਉੱਚਾ ਸੁੱਚਾ ਜੀਵਨ ਬਣਾਈਏ। ਤਕਰੀਬਨ 8 ਪਾਠ ਇਸ ਵਾਰ ਦੇ ਜੋ ਕਿ ਰਿਕਾਰਡ ਹੋਏ ਨੇ। ਬੋਲਦਿਆਂ ਏਕਣੀਆਂ ਅਨੇਕਾਂ ਹੀ ਭੁੱਲਣ ਚੁੱਕਾਂ ਹੋ ਗਈਆਂ ਨੇ। ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਪਿਆਰ ਸਦਕਾ, ਜਿਨ੍ਹਾਂ ਦੇ ਸਨੇਹ ਸਦਕਾ, ਜਿਨ੍ਹਾਂ ਦੇ ਕਹਿਣ ਸਦਕਾ ਇਹ ਜੋ ਚੰਡੀ ਦੀ ਵਾਰ ਦੀ ਕਥਾ ਕੀਤੀ ਗਈ ਹੈ। ਗੁਰਦੁਆਰਾ ਸਿੰਘ ਸਭਾ ਮਾਈ ਆਨੰਦ ਕੌਰ ਜੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਜੱਸਲ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਬਹੁਤ ਹੀ ਸੰਯੋਗ ਬਖਸ਼ਿਆ, ਜਿਨ੍ਹਾਂ ਦੇ ਸੰਯੋਗ ਸਦਕਾ ਇਹ ਕਥਾ ਵਿਚਾਰਾਂ ਰਿਕਾਰਡ ਹੋਈਆਂ ਨੇ। ਸਭ ਤੋਂ ਵਿਸ਼ੇਸ਼ ਧੰਨਵਾਦ ਹੈ ਖਾਲਸਾ ਜੀ ਚੈਨਲ ਦਾ, ਜਿਨ੍ਹਾਂ ਦੇ ਪਿਆਰ ਸਦਕਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਚੰਡੀ ਦੀ ਵਾਰ ਦੀ ਕਥਾ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਇਹ ਸਾਰਾ ਜਿਹੜਾ ਉਪਰਾਲਾ ਹੈ, ਸਾਰਾ ਇਹ ਯੋਗਦਾਨ ਹੈ, ਇਹ ਖਾਲਸਾ ਜੀ ਚੈਨਲ ਦਾ ਯੋਗਦਾਨ ਹੈ। ਇਹਨਾਂ ਦੇ ਸਦਕਾ ਹੀ ਇਹ ਚੰਡੀ ਦੀ ਵਾਰ ਹੈ ਜਿਹੜੀ ਇਹ ਘਰ ਘਰ ਪਹੁੰਚਾਈ ਜਾ ਰਹੀ ਹੈ। ਸਤਿਗੁਰੂ ਇਹਨਾਂ ਦੇ ਚੈਨਲ ਤੇ ਮਿਹਰ ਭਰੇ ਹੱਥ ਰੱਖੇ, ਸਮੁੱਚੀ ਟੀਮ ਦੇ ਸਿਰ ਉੱਪਰ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਇਹਨਾਂ ਕੋਲੋਂ ਸੇਵਾ ਲੈਂਦੇ ਰਹਿਣ। ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਮਹਾਰਾਜ ਇਸ ਚੈਨਲ ਨੂੰ ਚੜ੍ਹਦੀ ਕਲਾ ਬਖਸ਼ਣ, ਤਰੱਕੀ ਬਖਸ਼ਣ ਜੀ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।